ਬੇਅਦਬੀ ਮਾਮਲੇ ਅਤੇ ਬਹਿਬਲ ਅਤੇ ਕੋਟਕਪੂਰਾ ਗੋਲੀकांड ਮਾਮਲਿਆਂ ਨੂੰ ਲੈ ਕੇ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਪੀੜਤ ਪਰਿਵਾਰਾਂ ਵੱਲੋਂ ਬਹਿਬਲ ਵਿਖੇ ਪਿਛਲੇ 7 ਮਹੀਨਿਆਂ ਤੋਂ ਇਨਸਾਫ ਮੋਰਚਾ ਲਗਾਇਆ ਹੋਇਆ ਹੈ। ਕੁਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਇਨਸਾਫ ਮੋਰਚਾ ਵਿੱਚ ਪਹੁੰਚ ਕੇ 6 ਮਹੀਨੇ ਦੇ ਸਮੇਂ ਦੀ ਮੰਗ ਕੀਤੀ ਗਈ ਸੀ, ਪਰ ਧਰਨਾਕਾਰੀਆਂ ਵੱਲੋਂ ਹੋਰ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸੰਗਤ ਦੇ ਇਕੱਠ ਵਿੱਚ ਸਰਕਾਰ ਨੂੰ 15 ਦਿਨ ਦਾ ਸਮਾਂ ਦਿੱਤਾ ਗਿਆ ਸੀ ਕਿ ਸਰਕਾਰ ਕਿਸੇ ਨਤੀਜੇ ਤੇ ਪੁੱਜੇ, ਪਰ ਇਨ੍ਹਾਂ 15 ਦਿਨਾਂ ਅੰਦਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਮੋਰਚੇ ਵਿੱਚ ਨਹੀਂ ਪੁੱਜਾ, ਜਿਸ ਤੋਂ ਬਾਅਦ ਅੱਜ ਬਹਿਬਲ ਵਿਖੇ ਫਿਰ ਤੋਂ ਸਿੱਖ ਜਥੇਬੰਦੀਆਂ ਦਾ ਇਕੱਠ ਕੀਤਾ ਗਿਆ ਅਤੇ ਅਗਲੇ ਸੰਘਰਸ਼ ਲਈ ਵਿਚਾਰ ਵਟਾਂਦਰੇ ਕਰਨ ਤੋਂ ਬਾਅਦ 1 ਸਤੰਬਰ ਨੂੰ ਸੰਗਤ ਦਾ ਵੱਡਾ ਇਕੱਠ ਕਰ ਪ੍ਰਕਾਸ਼ ਦਿਹਾੜਾ ਮਨਾਉਣ ਦਾ ਫੈਸਲਾ ਲਿਆ ਗਿਆ ਅਤੇ ਸਰਕਾਰ ਵਿਰੁੱਧ ਇਨਸਾਫ ਦੀ ਮੰਗ ਨੂੰ ਲੈ ਕੇ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ। ਅੱਜ ਦੇ ਇਕੱਠ ਵਿੱਚ ਸਰਕਾਰ ਵੱਲੋਂ ਕੋਈ ਵੀ ਨੁਮਾਇੰਦਾ ਹਾਜ਼ਰ ਨਹੀਂ ਰਿਹਾ, ਪਰ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਤੋਂ ਬਿਨਾਂ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਆਪਣੇ ਸਾਥੀਆਂ ਨਾਲ ਪੁੱਜੇ, ਜਿਨ੍ਹਾਂ ਵੱਲੋਂ ਮੋਰਚੇ ਨੂੰ ਹਰ ਤਰ੍ਹਾਂ ਦਾ ਸਮਰਥਨ ਦੇਣ ਦਾ ਵਾਅਦਾ ਕੀਤਾ। ਉੱਥੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਆਪਣੀ ਹਾਜ਼ਰੀ ਸਰਕਾਰੀ ਨੁਮਾਇੰਦੇ ਦੇ ਤੌਰ ਤੇ ਨਹੀਂ ਬਲਕਿ ਇੱਕ ਸਿੱਖ ਹੋਣ ਦੇ ਨਾਤੇ ਲਵਾਈ, ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਸਰਕਾਰ ਆਪਣਾ ਕੰਮ ਬਖੂਬੀ ਕਰ ਰਹੀ ਹੈ। ਅਸੀਂ ਉਸ ਦਿਨ ਵੀ ਐਲਾਨ ਕੀਤਾ ਸੀ ਕਿ ਸਾਡੀ ਲੜਾਈ ਹੈ ਜਿਹੜੀ ਸਰਕਾਰ ਦੇ ਨਾਲ, ਉਹ ਸਿਸਟਮ ਦੇ ਨਾਲ ਆ ਜਿਸ ਚੋਂ ਸਰਕਾਰਾਂ ਨਿਕਲੀਆਂ। ਅਸੀਂ ਆਪਦਾ ਪੰਥ ਦਾ ਕਾਰਜ ਕਰਾਂਗੇ, ਅਸੀਂ ਪੰਥ ਵਰਸਸ ਸਟੇਟ ਹੋ ਕੇ ਚੱਲਾਂਗੇ। ਅਸੀਂ ਆਪਦੇ ਪੰਥ ਦੇ ਜਿੰਨੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਜਿਹੜੇ ਪੰਥ ਦੇ ਪ੍ਰੋਗਰਾਮ ਅਸੀਂ ਉਹ ਕਰਾਂਗੇ। ਸਰਕਾਰ ਨੂੰ ਇਹ ਕਿਹਾ ਹੋਇਆ ਉਹ ਆਪਦਾ ਕੰਮ ਕਰੇ। ਅੱਜ ਅਸੀਂ ਚੇਤਾਵਨੀ ਰੂਪ 'ਚ ਵੀ ਕਿਹਾ, ਹੁਣ ਵੀ ਕਹਿੰਦੇ ਆ, ਤੁਹਾਡੇ ਮਾਧਿਅਮ ਰਾਹੀਂ ਵੀ ਕਹਿੰਦੇ ਆ, ਸਰਕਾਰ ਇਸ ਮਸਲੇ ਦਾ ਜਿੰਨੀ ਜਲਦੀ ਹੱਲ ਕਰ ਸਕਦੀ ਹੈ ਹੱਲ ਕਰੇ। ਨਹੀਂ ਇਹ ਤਾਂ ਹੈ ਨਹੀਂ ਆ ਵੀ ਲੋਕ ਵੋਟਾਂ ਕਰਕੇ ਇਹਨਾਂ ਨੂੰ ਸਜ਼ਾ ਦੇਣਗੇ, ਉਦੋਂ ਪਹਿਲਾਂ ਵੀ ਸਜ਼ਾ ਦਿੱਤੀ ਜਾ ਸਕਦੀ ਹੈ। 2 ਵਾਰੀ ਵੱਡੇ ਜਥੇਬੰਦੀਆਂ ਦੇ ਜਿਹੜੇ ਵੱਡੇ ਇਕੱਠ ਕੀਤੇ ਗਏ, ਅੱਜ ਵੀ ਕੀਤਾ ਗਿਆ, ਇਸ ਤੋਂ 15 ਦਿਨ ਪਹਿਲਾਂ ਵੀ ਕੀਤਾ ਗਿਆ ਸੀ, ਔਰ ਸਰਕਾਰ ਦੇ ਨੁਮਾਇੰਦੇ ਜਿਹੜੇ 6 ਮਹੀਨੇ ਦਾ ਸਮਾਂ ਜਿਹੜਾ ਲਗਾਤਾਰ ਮੰਗ ਰਹੇ ਸੀ। ਕੀ ਹੁਣ ਅਗਲਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਤੈਅ ਕੀਤਾ ਜਿਸ ਵਿੱਚ ਤੁਸੀਂ ਕਹਿ ਰਹੇ ਹੋ ਕਿ 1 ਤਰੀਕ ਨੂੰ ਵੱਡਾ ਪ੍ਰੋਗਰਾਮ? ਬਿਲਕੁਲ, ਅਸੀਂ ਇਸ ਦੇ ਵਿੱਚ ਜਿੰਨੇ ਜਥੇਬੰਦੀਆਂ ਦੇ ਦੇਖੋ, ਜਿਹੜੇ ਪਿਛਲਾਂ ਦੇ ਆਏ ਸੀ ਉਹਨਾਂ ਨਾਲ ਵੀ ਸਾਡੀ ਗੱਲ ਹੋਈ ਆ, ਜਿਹੜੇ ਹੁਣ ਆਏ ਆ, ਜਿਹੜੇ ਪਿਛਲੀ ਵਾਰੀ ਨਹੀਂ ਆਏ ਸੀ, ਨਵੇਂ ਆਏ ਆ, ਅਸੀਂ ਸਾਰਿਆਂ ਦੀ ਇੱਕ ਸਾਂਝੀ ਮੀਟਿੰਗ ਵੀ ਬਣਾਵਾਂਗੇ, ਬੁਲਾ ਕੇ ਫਿਰ ਇੱਕ ਵੱਡਾ ਫੈਸਲਾ ਜਿਹੜਾ ਇੱਥੋਂ ਕਿਸ ਤਰ੍ਹਾਂ ਦਾ ਪ੍ਰੋਟੈਸਟ ਹੋਣਾ ਚਾਹੀਦਾ ਉਹ ਅਸੀਂ ਸਾਰਿਆਂ ਦੇ ਰਾਏ ਮਸ਼ਵਰਾ, ਕਿਉਂਕਿ ਸੰਗਤ ਰੂਪੀ ਗੱਲ ਆ ਤਾਂ ਫਿਰ ਸੰਗਤ ਰੂਪੀ ਹੋਣੀ ਚਾਹੀਦੀ ਹੈ। 1 ਸਤੰਬਰ ਨੂੰ ਕੀ ਪ੍ਰੋਗਰਾਮ ਹੋਵੇਗਾ? 1 ਸਤੰਬਰ ਨੂੰ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਸਾਡੇ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ, ਅਸੀਂ ਸ਼ਰਧਾ ਨਾਲ ਧੂਮਧਾਮ ਨਾਲ ਮਨਾਵਾਂਗੇ। ਇਸੇ ਸਥਾਨ ਤੇ ਮਨਾਇਆ ਜਾਊਗਾ। ਸੰਗਤ ਨੂੰ ਕੋਈ ਅਪੀਲ ਕਰਨਾ ਚਾਹੀਦਾ? ਸੰਗਤ ਨੂੰ ਇਹੀ ਅਪੀਲ ਆ ਕਿ ਵੱਧ ਤੋਂ ਵੱਧ ਸਹਿਯੋਗ ਕਰੋ। ਸਾਡੇ ਏਕੇ ਦੀ ਗੱਲ ਆ। ਹੁਣ ਗੱਲ ਇੱਥੇ ਨਹੀਂ ਰੁਕਦੀ ਹੈਗੀ ਕਿ ਬਈ ਅਸੀਂ ਮਤਲਬ ਕੱਲਾ ਮੋਰਚਾ ਲਾ ਕੇ ਕਹੀਏ ਬਈ ਮੋਰਚਾ ਲੱਗਿਆ, ਟਾਈਮ ਦਿੱਤਾ, ਟਾਈਮ ਨਹੀਂ ਆ। ਅਸੀਂ ਆਪਦਾ ਏਕਾ ਇੰਨਾ ਕੁ ਕਰੀਏ ਕਿ ਸਰਕਾਰ ਇਸ ਗੱਲ ਦੇ ਲਈ ਮਜਬੂਰ ਹੋ ਜਾਏ ਕਿ ਇਹਨਾਂ ਦਾ ਇੰਨਾ ਏਕਾ ਹੋ ਗਿਆ ਕਿ ਕੱਲ ਨੂੰ ਸਾਡੇ ਵਿੱਚ ਆਉਣ ਤੋਂ ਵੀ ਉਹ ਝਿਜਕਣ, ਸਾਡੇ ਪਿੰਡਾਂ ਦੇ ਵਿੱਚ ਵੜਨ ਤੋਂ ਵੀ ਉਹ ਝਿਜਕਣ। ਜਦੋਂ ਹਰ ਇੱਕ ਜਿਹੜੀ ਅੱਜ ਅਸੀਂ ਉਹ ਕਿਤਾਬ ਦਿੱਤੀ ਆ ਉਹਦੇ ਵਿੱਚ ਬਹੁਤ ਸਾਰੇ ਸਵਾਲ ਹੈ ਜਿਹੜੇ ਇਹਨਾਂ ਸਰਕਾਰਾਂ ਤੇ ਇਸ ਸਿਸਟਮ ਤੇ ਖੜੇ ਹੁੰਦੇ ਆ। ਵੱਖ-ਵੱਖ ਬੁਲਾਰੇ ਜਿਹੜੇ ਬੋਲਦੇ ਆ ਉਹੀ ਗੱਲ ਕਰਦੇ ਸੀ ਕਿ ਜਿਹੜੇ ਸਾਡੇ ਆਪਸੀ ਵਖਰੇਵੇਂ ਆ ਉਹਨਾਂ ਨੂੰ ਦੂਰ ਕੀਤਾ ਜਾਵੇ। ਬਿਲਕੁਲ ਇਹੀ ਸਾਡਾ ਮਕਸਦ ਵੀ ਆ। ਸਾਡਾ ਏਕਾ ਹੋਣਾ ਬਹੁਤ ਲਾਜ਼ਮੀ ਆ, ਕਿਉਂਕਿ ਹਰ ਇੱਕ ਸਿੱਖ ਹੈ ਜਿਹੜਾ ਉਹ ਗੁਰੂ ਸਾਹਿਬ ਦੀ ਬੇਅਦਬੀ ਤੋਂ ਚਿੰਤਤ ਆ, ਮਤਲਬ ਦੁੱਖ 'ਚ ਹੈ। ਤਾਂ ਹਰ ਇੱਕ ਸਿੱਖ ਦਾ ਫਰਜ਼ ਆ ਕਿ ਅਸੀਂ ਉਸ ਦੁੱਖ ਨੂੰ ਜੇ ਇਕੱਠੇ ਹੋ ਕੇ ਵੰਡਾਵਾਂਗੇ ਤਾਂ ਜਿਹੜਾ ਘਟੂਗਾ ਵੀ ਤੇ ਸਾਨੂੰ ਜਿਹੜਾ ਇਨਸਾਫ ਉਹ ਜਲਦੀ ਮਿਲੇਗਾ। ਧੰਨਵਾਦ। ਕੋਈ ਸ਼ਵਾਸਨ ਨਹੀਂ ਦੇ ਸਕਿਆ। ਦੇਖੋ, ਸਾਰਾ ਜਿਹੜੀ ਕਾਰਵਾਈ ਉਹ ਚੱਲ ਰਹੀ ਹੈ, ਠੀਕ ਹੈ ਜੀ, ਕੋਰਟ ਮੋਨੀਟਰਡ ਕਾਰਵਾਈ ਹੈ, ਸੋ ਉਹਦੇ 'ਚ ਕੋਈ ਆਪਾਂ ਨੂੰ ਕੋਈ ਸ਼ੰਕਾ ਕਰਨ ਦੀ ਲੋੜ ਨਹੀਂ। ਗੁਰੂ ਸਾਹਿਬ ਮਿਹਰ ਕਰਨਗੇ। ਬੜੇ ਅਫਸੋਸ ਦੀ ਗੱਲ ਹੈ ਜੀ ਕਿ 7 ਸਾਲ ਤੋਂ ਜ਼ਿਆਦਾ ਸਮਾਂ ਬੀਤ ਗਿਆ ਵਾ ਤੇ ਅੱਜ ਵੀ ਲੋਕਾਂ ਨੂੰ ਭੁੰਜੇ ਬਹਿ ਕੇ ਇਨਸਾਫ ਮੰਗਣਾ ਪੈ ਰਿਹਾ ਵਾ। ਕਈ ਸਰਕਾਰਾਂ ਬਦਲ ਗਈਆਂ ਔਰ ਮੈਂ ਸਮਝਦਾ ਵਾਂ ਕਿ ਇਹ ਜਦੋਜਹਿਦ ਜਾਰੀ ਰਹਿ ਗਈ, ਕਿਉਂਕਿ ਪੰਜਾਬ ਜਾਂ ਜਿਹੜੇ ਆਪਣੀ ਕੌਮ ਦੇ ਲੋਕ ਨੇ ਇਹਨਾਂ ਨਾਲ ਪਹਿਲੀ ਵਾਰੀ ਜ਼ਿਆਦਤੀ ਨਹੀਂ ਹੋਈ। ਇਹ ਸਾਡੇ ਨਾਲ ਦਹਾਕਿਆਂ ਬੱਧੀ ਬਲਕਿ ਸਦੀਆਂ ਤੋਂ ਜ਼ੁਲਮ ਹੁੰਦਾ ਰਿਹਾ ਵਾ ਔਰ ਮੈਂ ਇਹਨਾਂ ਦੇ ਜਜ਼ਬੇ ਨੂੰ, ਆਪਣੇ ਕੌਮੀ ਜਜ਼ਬੇ ਨੂੰ ਸਲਾਮ ਸਲੂਟ ਕਰਦਾ ਕਿ ਇਹ ਇਨਸਾਫ ਦੀ ਲੜਾਈ ਕਦੀ ਛੱਡਦੇ ਨਹੀਂ ਗੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ, ਬਾਈਬਲ ਕਲਾਂ ਦੀ ਕਦੀ ਇਨਸਾਫ ਦੀ ਲੜਾਈ ਛੱਡੀ ਨਹੀਂ ਜਾਵੇਗੀ ਔਰ ਇਹਨੂੰ ਅੰਤ ਤੱਕ ਲਿਆ ਜਾਵੇਗਾ। ਹਾਂ, ਇਸ ਦੇ ਵਿੱਚ ਪਰਖ ਹੋ ਰਹੀ ਸਾਰਿਆਂ ਦੀ, ਜਿਹੜੇ ਫਰਜ਼ੀ ਬੰਦੇ ਸੀਗੇ, ਜਿਹੜੇ ਪਹਿਲਾਂ ਇੱਥੇ ਆਉਂਦੇ ਸੀਗੇ, ਗੱਲਾਂ ਕਰਦੇ ਸੀਗੇ, ਉਹਨਾਂ ਦੀ ਪਰਖ ਹੋ ਰਹੀ ਆ। ਔਰ ਪਿਛਲੀ ਸਰਕਾਰ ਅਗਰ ਜਾਂਦੀ ਆ ਕਾਂਗਰਸ, ਉਹਦੇ 'ਚ ਬਹੁਤ ਵੱਡਾ ਇੱਕ ਕਾਰਨ ਬੇਅਦਬੀਆਂ ਦਾ ਪੁਖਤਾ ਇਨਸਾਫ ਨਾ ਦੇਣਾ ਸੀ। ਔਰ ਮੈਂ ਸਮਝਦਾ ਕਿ ਹੁਣ ਜਿਹੜੀ ਸਰਕਾਰ ਬਣੀ ਆ, ਇਹਨੂੰ 5 ਮਹੀਨੇ ਹੋ ਗਏ ਨੇ, ਇਹਨਾਂ ਨੇ ਵੀ ਜਿਹੜਾ ਵਾ ਇਹਦੇ 'ਚ, ਹਾਲਾਂਕਿ ਇਹਨਾਂ ਦਾ ਆਪਣਾ MLA ਕੁੰਵਰ ਵਿਜੇ ਪ੍ਰਤਾਪ ਸਿੰਘ, ਉਹ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਮਾਂ ਮੰਗਦਾ, ਉਹਨੂੰ ਸਮਾਂ ਨਹੀਂ ਦਿੰਦੇ। ਜਿਹੜੀ ਉਹਦੀ SIT ਬਣਾਈ ਗਈ ਸੀ ਜਦੋਂ ਪਿਛਲੀ ਸਰਕਾਰ ਵੱਲੋਂ, ਜਿਹੜੇ ਉਹਦੇ ਨਾਲ ਹੋਰ SIT ਦੇ ਮੈਂਬਰ ਸੀਗੇ, ਜਿਨ੍ਹਾਂ ਨੇ ਬਿਲਕੁਲ ਪਹਿਲੇ ਦਿਨ ਤੋਂ ਕਹਿਤਾ ਕਿ ਅਸੀਂ ਕੋਆਪਰੇਟ ਨਹੀਂ ਕਰਾਂਗੇ, ਉਹਨਾਂ ਨੇ ਕੋਈ ਹਿੱਸਾ ਨਹੀਂ ਪਾਇਆ, ਕੋਈ ਯੋਗਦਾਨ ਨਹੀਂ ਪਾਇਆ ਇਨਸਾਫ ਦੀ ਲੜਾਈ ਵਿੱਚ। ਉਹਨਾਂ ਨੂੰ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਹਤਰੀਨ ਪੋਜੀਸ਼ਨਸ
ਇੰਟੈਲੀਜੈਂਸ ਦਾ ਚੀਫ, ਕਿਸੇ ਨੂੰ ਕਮਿਸ਼ਨਰ ਵੱਡੇ ਸ਼ਹਿਰਾਂ ਦਾ, ਇੱਥੋਂ ਉਹਨਾਂ ਦੀ ਨੀਅਤ ਸਾਫ਼ ਆਉਂਦੀ ਆ। ਔਰ ਮੈਂ ਸਮਝਦਾ ਕਿ ਇਹ ਸਰਕਾਰ ਸਿਰਫ ਇਸ ਨੂੰ ਅੱਖੀਂ ਘੱਟਾ ਪਾ ਰਹੀ ਆ। ਮੇਰਾ ਇਹ ਮੰਨਣਾ ਕਿ ਜਦ ਤੱਕ ਜਿਹੜੇ ਸਹੀ ਗੁਨਾਹਗਾਰ ਬੰਦੇ ਹੁੰਦੇ ਨਾ ਜੀ, ਦੇਖੋ ਜ਼ਿੰਦਗੀ ਦੇ ਵਿੱਚ ਕੀ ਹੁੰਦਾ ਵਾ ਕਿ ਪੰਜਾਬ ਵਰਗੀ ਸਟੇਟ, ਤੁਹਾਡਾ ਕੀ ਖਿਆਲ ਹੈ ਕਿ ਕਿਸੇ ਹੌਲਦਾਰ, ਥਾਣੇਦਾਰ, ਕਿਸੇ ਡੀਐਸਪੀ ਨੇ ਗੋਲੀ ਚਲਾ ਕੇ ਮਾਰ ਦਿੱਤੇ ਨੇ? ਇਹਦੀਆਂ ਇਨਸਟਰਕਸ਼ਨਸ ਰਾਈਟ ਫਰਮ ਚੰਡੀਗੜ੍ਹ ਆਉਂਦੀਆਂ ਨੇ। ਮੈਨੂੰ ਅੱਛੀ ਤਰ੍ਹਾਂ ਯਾਦ ਹੈ ਵਿਧਾਨ ਸਭਾ ਦੇ ਵਿੱਚ ਬਾਦਲ ਸਾਹਿਬ ਵੱਡਿਆਂ ਨੇ ਕਿਹਾ ਸੀਗਾ ਕਿ ਮੈਂ ਤਾਂ ਕੀੜੀ ਵੀ ਦੇਖਦਾ ਵਾਂ ਪੰਜਾਬ ਦੇ ਵਿੱਚ ਅਗਰ ਜਾਂਦੀ ਆ। ਇਸ ਲਈ ਉਸ ਵਕਤ ਦੀ ਸਰਕਾਰ ਜਿਹੜੀ ਉਸ ਵਕਤ ਅਖੌਤੀ ਅਕਾਲੀ ਸੀਗੇ, ਤੇ ਉਹਨਾਂ ਦਾ ਬਹੁਤ ਵੱਡਾ ਇਹਦੇ 'ਚ ਗੁਨਾਹ ਵਾ। ਸੁਮੇਧ ਸਿੰਘ ਸੈਣੀ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਇੱਕ ਐਫੀਡੇਵਿਟ ਫਾਈਲ ਕੀਤਾ ਸੀਗਾ ਕਿ ਮੈਨੂੰ 2015 ਦੀ 14 ਅਕਤੂਬਰ ਤੜਕੇ 2 ਵਜੇ ਫੋਨ ਚੀਫ ਮਿਨਿਸਟਰ ਦਾ ਆਇਆ। ਉਦੋਂ ਹੀ ਕੋਟਕਪੂਰੇ ਲਾਠੀ ਚਾਰਜ, ਗੋਲੀ ਚੱਲਦੀ ਆ, ਅਜੀਤ ਸਿੰਘ ਦੇ ਚੂਲੇ 'ਚ ਵੱਜਦੀ ਆ, ਕੋਈ FIR ਨਹੀਂ। ਉਦੋਂ ਹੀ ਬਾਈਬਲ ਕਲਾਂ ਦੇ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦਾ ਕਤਲ ਕੀਤਾ ਜਾਂਦਾ। ਇਸ ਲਈ ਮੇਰਾ ਇਹ ਮੰਨਣਾ ਵਾ ਕਿ ਇਹ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਜਿਹੜੇ ਅਸਲ ਗੁਨਾਹਗਾਰ, ਜਿਹੜੇ ਚਾਹੇ ਉਹ ਸਾਜ਼ਿਸ਼ ਵਿੱਚ ਹੋਣ, ਜਿਨ੍ਹਾਂ ਨੇ ਵੋਟਾਂ ਦੀ ਖਾਤਰ ਸਾਜ਼ਿਸ਼ਾਂ ਰਚੀਆਂ, ਜਿਨ੍ਹਾਂ ਨੇ ਡੇਰੇ ਸੱਚੇ ਸੌਦੇ ਨਾਲ ਸਮਝੌਤਾ ਕਰਕੇ ਆਪਣੀ ਕੌਮ ਨੂੰ ਵੇਚਿਆ, ਜਦ ਤੱਕ ਉਹ ਲੋਕ ਨਹੀਂ ਫੜੇ ਜਾਣਗੇ। ਉਹਦੇ ਵਿੱਚ ਸਭ ਤੋਂ ਵੱਡੀ ਗੱਲ ਜੇ ਮੈਂ ਕਹਾਂ ਕਿ ਉਸ ਵਕਤ ਦੇ ਚੀਫ ਮਿਨਿਸਟਰ ਔਰ ਸੁਖਬੀਰ ਸਿੰਘ ਬਾਦਲ, ਇਸ ਲਈ ਕਿਉਂਕਿ ਉਹ ਡੀਫੈਕਟੋ ਚੀਫ ਮਿਨਿਸਟਰ ਸੀਗੇ, ਉਹਨਾਂ ਤੋਂ ਬਗੈਰ ਪੱਤਾ ਨਹੀਂ ਸੀ ਹਿਲਦਾ ਪੰਜਾਬ ਦੇ ਵਿੱਚ। ਉਸ ਵਕਤ ਦਾ DGP ਸੁਮੇਧ ਸਿੰਘ ਸੈਣੀ, ਤੇ ਜਿਹੜੇ ਕਰਕੇ ਸਾਰੀਆਂ ਬੇਅਦਬੀਆਂ ਹੋਈਆਂ ਡੇਰਾ ਸੱਚਾ ਸੌਦਾ ਦਾ ਸਾਥ, ਇਹ 4 ਵਿਅਕਤੀ unless they are nominated, they are brought to justice. This fight for justice for Guru Granth Sahib Bedbis and Bible Kalam will not end